ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਸ਼ੁਰੂ ਕਰੀਏ ਤਾਂ ਹਰੀ ਸਿੰਘ ਜੀ ਦਾ ਜਨਮ 2 ਅਪ੍ਰੈਲ 1791 ਨੂੰ ਗੁਜਰਾਂਵਾਲਾ ਦੀ ਧਰਤੀ ਤੇ ਹੋਇਆ ਸੀ। ਇਹ ਸਥਾਨ ਅੱਜ ਪਾਕਿਸਤਾਨ ਵਿੱਚ ਹੈ। ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਜੀ ਕੁੰਮੇਦਾਨ ਅਤੇ ਮਾਤਾ ਦਾ ਨਾਮ ਬੀਬੀ ਧਰਮ ਕੌਰ ਜੀ ਸੀ। ਇਹਨਾਂ ਦੇ ਦਾਦਾ ਜੀ ਸਰਦਾਰ ਬਿਸ਼ਨ ਸਿੰਘ ਜੀ ਕੋਪਰ ਹੀਰਾ ਨਾਮ ਦੇ ਸਥਾਨ ਤੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ। ਹਜੇ ਹਰੀ ਸਿੰਘ ਜੀ ਨੇ ਦੁਨੀਆ ਨੂੰ ਸਮਝਣਾ ਸ਼ੁਰੂ ਹੀ ਕੀਤਾ ਸੀ ਕਿ 7 ਸਾਲ ਦੀ ਛੋਟੀ ਜੀ ਉਮਰ ਵਿੱਚ ਹੀ ਇਹਨਾਂ ਦੇ ਪਿਤਾ ਜੀ ਕਿਸੇ ਬਿਮਾਰੀ ਕਰਕੇ ਅਕਾਲ ਚਲਾਣਾ ਕਰ ਗਏ ਅਤੇ ਉਸ ਤੋਂ ਬਾਅਦ ਬੀਬੀ ਧਰਮ ਕੌਰ ਜੀ ਇਹਨਾਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਆ ਗਏ। ਉੱਥੇ ਰਹਿ ਕੇ ਹੀ ਹਰੀ ਸਿੰਘ ਜੀ ਨੇ ਆਪਣੀ ਮੁੱਢਲੀ ਸਿੱਖਿਆ ਜਿਵੇਂ ਕਿ ਤਲਵਾਰਬਾਜੀ, ਘੋੜਸਵਾਰੀ ਆਦਿ ਦੀ ਵਿੱਦਿਆ ਪ੍ਰਾਪਤ ਕੀਤੀ। ਉਸ ਸਮੇਂ ਪੰਜਾਬ ਵਿੱਚ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਹਰ ਬਸੰਤ ਪੰਚਮੀ ਤੇ ਲਾਹੌਰ ਵਿੱਚ ਇੱਕ ਬਹੁਤ ਵੱਡਾ ਮੇਲਾ ਲਗਵਾਉਂਦੇ ਸਨ, ਜਿੱਥੇ ਵੱਡੇ ਯੋਧੇ ਆ ਕੇ ਆਪਣਾ ਜੋਹਰ ਦਿਖਾਉਂਦੇ ਸਨ। 16-17 ਸਾਲ ਦੀ ਉਮਰ ਦੇ ਹਰੀ ਸਿੰਘ ਜੀ ਵੀ ਉਸ ਮੇਲੇ ਵਿੱਚ ਪਹੁੰਚ ਗਏ ਅਤੇ ਉੱਥੇ ਉਹਨਾਂ ਆਪਣੀ ਤਲਵਾਰਬਾਜੀ ਦੇ ਇਹੋ ਜਿਹੇ ਜੋਹਰ ਦਿਖਾਏ ਕਿ ਮਹਾਰਾਜਾ ਖੁਦ ਆਪਣੀ ਗੱਦੀ ਤੋਂ ਉੱਠ ਕੇ ਉਹਨਾਂ ਦੇ ਕੋਲ ਚੱਲ ਕੇ ਆਏ ਤੇ ਉਹਨਾਂ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ। ਉਹਨਾਂ ਦੀ ਤਲਵਾਰਬਾਜੀ ਤੋਂ ਮਹਾਰਾਜਾ ਰਣਜੀਤ ਸਿੰਘ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਖੜੇ ਪੈਰ ਹੀ ਹਰੀ ਸਿੰਘ ਜੀ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਅਤੇ ਵਿਸ਼ਵਾਸ ਪਾਤਰ ਹੋਣ ਦਾ ਕਰਕੇ ਕੁਝ ਸਮੇਂ ਬਾਅਦ ਹਰੀ ਸਿੰਘ ਜੀ ਨੂੰ ਆਪਣਾ ਬੋਡੀਗਾਰਡ ਡਿਕਲੇਅਰ ਕਰ ਦਿੱਤਾ। ਹਰੀ ਸਿੰਘ ਜੀ ਉਹ ਪਹਿਲੇ ਸ਼ਖਸ ਸਨ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਬੋਡੀਗਾਰਡ ਡਿਕਲੇਅਰ ਕੀਤਾ ਸੀ ਅਤੇ ਇਸ ਮਾਨ ਸਨਮਾਨ ਦਾ ਹਰੀ ਸਿੰਘ ਜੀ ਨੇ ਪੂਰਾ ਮੁੱਲ ਮੋੜਿਆ ਸੀ। ਕਿਸ ਤਰ੍ਹਾਂ, ਆਓ ਜਾਣਦੇ ਹਾਂ ਹਰੀ ਸਿੰਘ ਜੀ ਦੀ ਜ਼ਿੰਦਗੀ ਦੇ ਇਸ ਪਹਿਲੇ ਵੱਡੇ ਕਿੱਸੇ ਤੋਂ। ਇਹ ਕਿੱਸਾ ਅਸੀਂ ਹਰੀ ਚੰਦ ਕਾਗਲਿਆਰ ਦੀ ਬੁੱਕ ਸੀਰਫੀਆਂ ਹਰੀ ਸਿੰਘ ਨਲੂਆ ਵਿੱਚੋਂ ਲਿਆ ਹੈ। ਇੱਕ ਵਾਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਸ਼ਿਕਾਰ ਤੇ ਗਏ ਸਨ, ਹਰੀ ਸਿੰਘ ਜੀ ਅਤੇ ਕੁਝ ਹੋਰ ਸਿੱਖ ਵੀ ਉਹਨਾਂ ਦੇ ਨਾਲ ਹੀ ਸਨ। ਇੱਕ ਗੱਲ ਦੱਸਣਯੋਗ ਹੈ ਕਿ ਹਜੇ ਤੱਕ ਇਸ ਮਹਾਨ ਯੋਧੇ ਦਾ ਨਾਮ ਸਿਰਫ ਹਰੀ ਸਿੰਘ ਹੀ ਸੀ। ਨਲੂਆ ਸ਼ਬਦ ਉਹਨਾਂ ਦੇ ਨਾਮ ਨਾਲ ਨਹੀਂ ਜੁੜਿਆ ਸੀ। ਜੰਗਲ ਵਿੱਚ ਘੁੰਮਦਿਆਂ ਫਿਰਦਿਆਂ ਅਚਾਨਕ ਇੱਕ ਖੁੰਖਾਰ ਸ਼ੇਰ ਦਹਾੜਦਾ ਹੋਇਆ ਹਮਲਾ ਕਰਨ ਦੇ ਇਰਾਦੇ ਨਾਲ ਇਹਨਾਂ ਦੀ ਟੋਲੀ ਦੇ ਸਾਹਮਣੇ ਆ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਉਸ ਸ਼ੇਰ ਦਾ ਮੁਕਾਬਲਾ ਕਰਨ ਲਈ ਘੋੜੇ ਤੋਂ ਉਤਰੇ ਤਾਂ ਹਰੀ ਸਿੰਘ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ, ਮੈਂ ਤੁਹਾਡਾ ਬੋਡੀਗਾਰਡ ਹਾਂ। ਇਸ ਸ਼ੇਰ ਨਾਲ ਮੁਕਾਬਲਾ ਕਰਨਾ ਤੁਹਾਡਾ ਨਹੀਂ, ਮੇਰਾ ਕੰਮ ਹੈ। ਹਾਂ, ਜੇ ਮੈਂ ਇਸ ਸ਼ੇਰ ਨਾਲ ਮੁਕਾਬਲਾ ਕਰਦੇ ਹੋਏ ਮਾਰਿਆ ਜਾਂਦਾ ਹਾਂ ਫਿਰ ਤੁਸੀਂ ਇਸ ਸ਼ੇਰ ਨਾਲ ਮੁਕਾਬਲਾ ਕਰ ਸਕਦੇ ਹੋ, ਪਰ ਪਹਿਲਾਂ ਮੈਂ ਇਸ ਸ਼ੇਰ ਦਾ ਮੁਕਾਬਲਾ ਕਰੂੰਗਾ। ਇਸ ਤੋਂ ਬਾਅਦ ਹਰੀ ਸਿੰਘ ਜੀ ਉਸ ਸ਼ੇਰ ਦਾ ਮੁਕਾਬਲਾ ਕਰਨ ਲਈ ਅੱਗੇ ਵਧੇ। ਅਚਾਨਕ ਤਲਵਾਰ ਉਹਨਾਂ ਦੇ ਹੱਥ ਚੋਂ ਛੁੱਟ ਗਈ। ਹੁਣ ਉਸ ਤਲਵਾਰ ਨੂੰ ਦੁਬਾਰਾ ਚੁੱਕਣ ਦਾ ਸਮਾਂ ਨਹੀਂ ਸੀ। ਇਸ ਤੋਂ ਬਾਅਦ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ। ਜਦੋਂ ਉਸ ਸ਼ੇਰ ਨੇ ਹਰੀ ਸਿੰਘ ਜੀ ਤੇ ਹਮਲਾ ਕੀਤਾ ਤਾਂ ਹਰੀ ਸਿੰਘ ਜੀ ਨੇ ਆਪਣੇ ਦੋਨਾਂ ਹੱਥਾਂ ਨਾਲ ਉਸ ਸ਼ੇਰ ਦਾ ਜਬੜਾ ਫੜ ਲਿਆ ਤੇ ਜਬਾੜੇ ਤੋਂ ਖਿੱਚ ਕੇ ਹੀ ਉਸ ਸ਼ੇਰ ਦੇ ਮੂੰਹ ਦੇ 2 ਫਾੜ ਕਰ ਦਿੱਤੇ। ਤੁਹਾਨੂੰ ਦੱਸ ਦਈਏ ਕਿ ਇੱਕ ਵਿਅਸਕ ਸ਼ੇਰ ਦੇ ਜਬੜੇ ਦਾ ਪ੍ਰੈਸ਼ਰ 995 ਪਾਉਂਡ ਪਰ ਇੰਚ ਹੁੰਦਾ ਹੈ। ਸੋਚੋ ਕਿੰਨੀ ਤਾਕਤ ਹੋਊਗੀ ਉਸ 16-17 ਸਾਲਾਂ ਦੇ ਗੱਭਰੂ ਵਿੱਚ, ਜਿਸ ਨੇ ਆਪਣੇ ਡੋਲਿਆਂ ਦੇ ਜ਼ੋਰ ਨਾਲ ਹੀ ਉਸ ਸ਼ੇਰ ਦੇ ਜਬੜੇ ਦੇ 2 ਫਾੜ ਕਰ ਦਿੱਤੇ। ਤੇ ਫਿਰ ਇਸੇ ਕਾਰਨਾਮੇ ਤੋਂ ਖੁਸ਼ ਹੋ ਕੇ ਹੀ ਮਹਾਰਾਜਾ ਨੇ ਹਰੀ ਸਿੰਘ ਨੂੰ ਨਲੂਏ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ। ਨਲੂਆ ਸ਼ਬਦ ਇਸ ਲਈ ਕਿਉਂਕਿ ਪੁਰਾਣੇ ਟਾਈਮ ਤੇ ਰਾਜਾ ਨਲ ਵੀ ਇਸੇ ਤਰ੍ਹਾਂ ਹੀ ਸ਼ੇਰਾਂ ਦਾ ਮੁਕਾਬਲਾ ਕਰਨ ਲਈ ਪ੍ਰਸਿੱਧ ਸਨ। ਹਰੀ ਸਿੰਘ ਜੀ ਦੀ ਬਹਾਦਰੀ ਦੇ ਬਾਰੇ ਤਾਂ ਤੁਸੀਂ ਸੁਣ ਹੀ ਲਿਆ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਹਰੀ ਸਿੰਘ ਜੀ ਬਹਾਦਰ ਹੋਣ ਦੇ ਨਾਲ ਕਿੰਨੇ ਵੱਡੇ ਕਿਰਦਾਰ, ਕਿੰਨੇ ਉੱਚੇ ਸੁੱਚੇ ਕਰੈਕਟਰ ਦੇ ਮਾਲਿਕ ਵੀ ਸਨ। ਇਹ ਕਿੱਸਾ ਅਸੀਂ ਬੀਬੀ ਵਣੀਤੀ ਨਲੂਆ ਦੀ ਬੁੱਕ ਦ ਚੈਂਪੀਅਨ ਆਫ ਖਾਲਸਾ ਰਾਜ ਵਿੱਚੋਂ ਲਿਆ ਹੈ। ਬੀਬੀ ਵਣੀਤੀ ਨਲੂਆ ਸਰਦਾਰ ਹਰੀ ਸਿੰਘ ਜੀ ਨਲੂਆ ਦੀ ਹੀ 7ਵੀਂ ਪੀੜ੍ਹੀ ਦੀ ਵੰਸ਼ਜ ਹਨ। ਆਓ ਚੱਲਦੇ ਹਾਂ ਅਫਗਾਨਿਸਤਾਨ ਦੀਆਂ ਪਹਾੜੀਆਂ ਵਿੱਚ ਬਣੇ ਚਮਰਾਓ ਦੇ ਕਿਲੇ ਤੇ। ਸਰਦਾਰ ਹਰੀ ਸਿੰਘ ਜੀ ਨਲੂਆ ਨੇ ਗਰੀਬਾਂ ਨੂੰ ਤੰਗ ਕਰਨ ਵਾਲੇ ਇੱਕ ਪਠਾਨ ਨੂੰ ਸਬਕ ਸਿਖਾ ਕੇ ਇੱਥੋਂ ਭਜਾਇਆ ਸੀ। ਸਿੱਖਾਂ ਦੇ ਸੱਚੇ ਸੁੱਚੇ ਕਿਰਦਾਰ ਦੇ ਚਰਚਿਆਂ ਤੋਂ ਤਾਂ ਹਰ ਕੋਈ ਵਾਕਿਫ ਸੀ। ਇਸ ਲਈ ਉਸ ਪਠਾਨ ਦੀ ਭੈਣ ਨੇ ਸੋਚਿਆ ਕਿ ਸਿੱਖਾਂ ਨੂੰ ਆਪਣੇ ਇਸ ਉੱਚੇ ਚਰਿੱਤਰ ਦਾ ਬੜਾ ਮਾਣ ਹੈ। ਆਪਣੇ ਚਰਿੱਤਰ ਨੂੰ ਇਹ ਆਪਣੀ ਜਾਨ ਨਾਲੋਂ ਵੀ ਵੱਧ ਸਾਂਭ ਕੇ ਰੱਖਦੇ ਹਨ ਤੇ ਜੇ ਮੈਂ ਇਹਨਾਂ ਦੇ ਆਗੂ, ਇਹਨਾਂ ਦੇ ਜਰਨੈਲ ਦੇ ਕਰੈਕਟਰ ਨੂੰ ਹੀ ਡੇਗ ਦਵਾਂ ਤਾਂ ਇਸ ਤੋਂ ਵੱਡੀ ਹਾਰ ਤਾਂ ਜੰਗ ਵਿੱਚ ਇਹਨਾਂ ਦਾ ਸਿਰ ਕਲਮ ਕਰਕੇ ਵੀ ਨਹੀਂ ਦਿੱਤੀ ਜਾ ਸਕਦੀ। ਤੇ ਫਿਰ ਉਹ ਖੂਬਸੂਰਤ ਅਫਗਾਨੀ ਔਰਤ ਪਹਿਰੇਦਾਰਾਂ ਤੋਂ ਇਜਾਜ਼ਤ ਲੈ ਕੇ ਹਰੀ ਸਿੰਘ ਜੀ ਨੂੰ ਮਿਲੀ ਅਤੇ ਕਹਿਣ ਲੱਗੀ, ਜਰਨੈਲ, ਤੁਹਾਡੀ ਬਹਾਦਰੀ ਅਤੇ ਤਾਕਤ ਦੇ ਚਰਚੇ ਤਾਂ ਚਾਰੇ ਪਾਸੇ ਫੈਲੇ ਹਨ। ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ਤੋਂ ਵੀ ਤੁਹਾਡੇ ਵਰਗਾ ਹੀ ਕੋਈ ਯੋਧਾ ਪੈਦਾ ਹੋਵੇ। ਪਰ ਹਰੀ ਸਿੰਘ ਜੀ ਇਹਨਾਂ ਗੱਲਾਂ ਵਿੱਚ ਆਉਣ ਵਾਲੇ ਕਿੱਥੇ ਸਨ। ਉਹਨਾਂ ਅੱਗੋਂ ਰਿਪਲਾਈ ਕੀਤਾ ਕਿ ਬੀਬਾ ਹਰੀ ਸਿੰਘ ਤਾਂ ਇੱਕ ਹੀ ਸੀ ਤੇ ਇੱਕ ਹੀ ਰਹੂਗਾ। ਤੇ ਜਿਸ ਤਰ੍ਹਾਂ ਦਾ ਮਾਹੌਲ ਅੱਜ ਕੱਲ ਚੱਲ ਰਿਹਾ ਹੈ, ਜੇ ਤੁਹਾਡੀ ਕੁੱਖ ਤੋਂ ਕੋਈ ਕੁੱਲ ਨੂੰ ਦਾਗ ਲਾਉਣ ਵਾਲਾ ਪੈਦਾ ਹੋ ਗਿਆ ਫਿਰ। ਪਰ ਤੁਸੀਂ ਇੰਨੀ ਆਸ ਲੈ ਕੇ ਇੱਥੇ ਆਏ ਹੋ ਤਾਂ ਤੁਹਾਡੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਤਾਂ ਜ਼ਰੂਰ ਕੱਢਾਂਗੇ। ਤੁਸੀਂ ਕੁਝ ਪਲ ਇੱਥੇ ਇੰਤਜ਼ਾਰ ਕਰੋ, ਮੈਂ ਹੁਣੇ ਆਉਂਦਾ ਹਾਂ। ਇਹ ਸੁਣ ਕੇ ਉਹ ਅਫਗਾਨੀ ਔਰਤ ਖੁਸ਼ ਹੋ ਗਈ
ਅਤੇ ਸੋਚਣ ਲੱਗੀ ਕਿ ਹਰੀ ਸਿੰਘ ਜੀ ਮੇਰੀਆਂ ਗੱਲਾਂ ਵਿੱਚ ਆ ਗਏ। ਕੁਝ ਪਲਾਂ ਬਾਅਦ ਹਰੀ ਸਿੰਘ ਜੀ ਉਸ ਕਮਰੇ ਵਿੱਚ ਵਾਪਸ ਆਉਂਦੇ ਹਨ। ਉਹਨਾਂ ਦੇ ਹੱਥ ਵਿੱਚ ਇੱਕ ਸ਼ਾਲ ਹੁੰਦਾ ਹੈ। ਹਾਲਾਂਕਿ ਹਰੀ ਸਿੰਘ ਜੀ ਉਸ ਔਰਤ ਨਾਲੋਂ ਉਮਰ ਵਿੱਚ ਕਾਫੀ ਵੱਡੇ ਸਨ, ਪਰ ਫਿਰ ਵੀ ਉਹ ਕੀ ਸ਼ਬਦ ਵਰਤਦੇ ਹਨ, ਥੋੜਾ ਧਿਆਨ ਨਾਲ ਸੁਣਿਓ। ਹਰੀ ਸਿੰਘ ਜੀ ਉਹ ਸ਼ਾਲ ਉਸ ਔਰਤ ਦੇ ਸਿਰ ਤੇ ਦੇ ਕੇ ਗੋਡਿਆਂ ਦੇ ਭਾਰ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਬੈਠ ਜਾਂਦੇ ਹਨ। ਮਾਤਾ, ਤੁਹਾਡੀ ਇੱਛਾ ਸੀ ਨਾ ਕਿ ਮੇਰੇ ਵਰਗਾ ਕੋਈ ਸੂਰਮਾ ਤੁਹਾਡਾ ਪੁੱਤਰ ਹੋਵੇ, ਤਾਂ ਅੱਜ ਤੋਂ ਮੈਂ ਤੁਹਾਡਾ ਪੁੱਤਰ ਤੇ ਤੁਸੀਂ ਮੇਰੀ ਮਾਂ। ਇਹ ਸ਼ਬਦ ਸੁਣ ਕੇ ਉਹ ਔਰਤ ਅੰਦਰ ਤੱਕ ਹਿੱਲ ਗਈ। ਉਹਦੀਆਂ ਅੱਖਾਂ ਵਿੱਚ ਅਸ਼ਰੂ ਆ ਗਏ। ਕਹਿਣ ਲੱਗੀ ਕਿ ਸਿੰਘਾਂ ਦੇ ਉੱਚੇ ਸੁੱਚੇ ਕਿਰਦਾਰ ਦੇ ਚਰਚੇ ਤਾਂ ਮੈਂ ਅੱਜ ਤੱਕ ਸੁਣੇ ਸੀ, ਅੱਜ ਦੇਖ ਵੀ ਲਏ। ਇੰਨਾ ਵੱਡਾ ਕਿਰਦਾਰ, ਇੰਨੇ ਮਹਾਨ ਚਰਿੱਤਰ। ਇਸ ਤੋਂ ਬਾਅਦ ਉਹ ਔਰਤ ਅੰਮ੍ਰਿਤ ਛਕ ਕੇ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਈ ਅਤੇ ਬੀਬੀ ਭਾਨੋ ਦੇ ਨਾਮ ਨਾਲ ਮਸ਼ਹੂਰ ਹੋਈ। ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਜ਼ਿਆਦਾਤਰ ਵਿਊਅਰਸ ਕਿਸੇ ਜ਼ਬਰਦਸਤ ਜੰਗੀ ਕਿੱਸੇ ਦੀ ਉਡੀਕ ਕਰ ਰਹੇ ਹੋਣੇ। ਇਸ ਲਈ ਇਸ ਅਗਲੇ ਕਿੱਸੇ ਵਿੱਚ ਗੱਲ ਕਰਦੇ ਹਾਂ ਇੱਕ ਇਹੋ ਜਿਹੀ ਖੂਨੀ ਜੰਗ ਦੀ, ਜਿਸ ਨੂੰ ਜਿੱਤਣਾ ਸਿੱਖਾਂ ਲਈ ਪੱਗ ਦਾ ਸਵਾਲ ਬਣ ਗਿਆ ਸੀ। ਇਸ ਜੰਗ ਦਾ ਰੈਫਰੈਂਸ ਅਸੀਂ ਗੁਲਾਮ ਜਲਾਨੀ ਦੀ ਬੁੱਕ ਜੰਗੇ ਮੁਲਾਨਾ ਵਿੱਚੋਂ ਲਿਆ ਹੈ। ਇਸ ਕਿੱਸੇ ਨੂੰ ਦੇਖਣ ਲਈ ਆਓ ਚੱਲਦੇ ਹਾਂ ਵਰਤਮਾਨ ਪਾਕਿਸਤਾਨ ਦੇ ਮੁਲਤਾਨ ਸੂਬੇ ਵਿੱਚ। ਮੁਲਤਾਨ ਦਾ ਕਿਲਾ ਜ਼ਫਰਗੰਜ ਆਪਣੇ ਟਾਈਮ ਦੇ ਸਭ ਤੋਂ ਜ਼ਬਰਦਸਤ ਕਿਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਇਸ ਕਿਲੇ ਨੂੰ ਫਤਿਹ ਕਰਨ ਲਈ ਸਿੱਖ ਫੌਜਾਂ ਹਰੀ ਸਿੰਘ ਜੀ ਦੀ ਅਗਵਾਈ ਵਿੱਚ 5 ਫਰਵਰੀ 1818 ਨੂੰ ਮੁਲਤਾਨ ਪਹੁੰਚ ਗਈਆਂ ਸਨ। ਪਰ ਇਹ ਲੜਾਈ ਕਿੰਨੀ ਲੰਬੀ ਖਿੱਚਣ ਵਾਲੀ ਹੈ, ਇਸ ਗੱਲ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ। ਇੱਕ ਇੱਕ ਕਰਦਿਆਂ ਦਿਨ ਬੀਤਦੇ ਗਏ ਤੇ ਮਹੀਨਾ ਆ ਗਿਆ ਜੂਨ ਦਾ। ਪਰ ਮੁਲਤਾਨ ਦੇ ਕਿਲੇ ਵਿੱਚ ਐਂਟਰੀ ਪਾਉਣ ਲਈ ਹਜੇ ਵੀ ਸਿੱਖ ਫੌਜਾਂ ਜੂਝ ਰਹੀਆਂ ਸਨ। ਅਸਲ ਵਿੱਚ ਕਿਲੇ ਦੀਆਂ ਦੀਵਾਰਾਂ ਇੰਨੀਆਂ ਮੋਟੀਆਂ ਸੀ ਕਿ ਜਿਹੜੀਆਂ ਤੋਪਾਂ ਸਿੱਖ ਫੌਜਾਂ ਨਾਲ ਲੈ ਕੇ ਆਈਆਂ ਸਨ, ਉਹਨਾਂ ਦਾ ਗੋਲਾ ਇਸ ਕੰਧ ਨੂੰ ਪਾਰ ਹੀ ਨਹੀਂ ਕਰ ਪਾ ਰਿਹਾ ਸੀ। ਇਸ ਲਈ ਫਿਰ ਲਾਹੌਰ ਦੇ ਤੋਪਖਾਨੇ ਵਿੱਚ ਜੰਗੇ ਬਿਜਲੀ ਨਾਮ ਦੀ ਇੱਕ ਇਹੋ ਜਿਹੀ ਸਪੈਸ਼ਲ ਤੋਪ ਤਿਆਰ ਕਰਾਈ ਗਈ ਜੋ ਇਸ ਕੰਧ ਨੂੰ ਤੋੜਨ ਦਾ ਦਮ ਰੱਖਦੀ ਸੀ। 16 ਜੂਨ ਦੀ ਸ਼ਾਮ ਨੂੰ ਇਹ ਤੋਪ ਮੁਲਤਾਨ ਪਹੁੰਚ ਗਈ ਅਤੇ ਅਗਲੇ ਦਿਨ ਦੀ ਪਹਿਲੀ ਕਿਰਨ ਦੇ ਨਾਲ ਹੀ ਤੋਪ ਨਾਲ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ। ਲਗਾਤਾਰ 7-8 ਘੰਟੇ ਦੀ ਗੋਲਾਬਾਰੀ ਦੇ ਬਾਅਦ ਕੰਧ ਕਮਜ਼ੋਰ ਪੈਣੀ ਸ਼ੁਰੂ ਹੋ ਗਈ ਸੀ। ਪਰ ਸ਼ਾਇਦ ਸਮੇਂ ਨੇ ਸਿੱਖਾਂ ਦੇ ਹੌਸਲੇ ਨੂੰ ਹਜੇ ਹੋਰ ਪਰਖਣਾ ਸੀ। ਅਚਾਨਕ ਇੱਕ ਝਟਕੇ ਨਾਲ ਤੋਪ ਦਾ ਇੱਕ ਪਹੀਆ ਟੁੱਟ ਕੇ ਅਲੱਗ ਹੋ ਗਿਆ। ਇਹ ਦੇਖ ਕੇ ਸਾਰੇ ਸਿੱਖ ਹੈਰਾਨ ਪਰੇਸ਼ਾਨ ਹੋ ਗਏ ਕਿ ਹੁਣ ਕੀ ਬਣੂਗਾ। ਜਦੋਂ ਤੱਕ ਨया ਪਹੀਆ ਤਿਆਰ ਕੀਤਾ ਜਾਊਗਾ ਉਦੋਂ ਤੱਕ ਤਾਂ ਬਹੁਤ ਜ਼ਿਆਦਾ ਸਮਾਂ ਲੰਘ ਜਾਣਾ ਹੈ, ਕਿਹਦਾ ਕੀ ਬਣ ਜਾਣਾ ਹੈ। ਉਸ ਸਮੇਂ ਹਰੀ ਸਿੰਘ ਜੀ ਨੇ ਹੌਸਲਾ ਛੱਡ ਰਹੀ ਆਪਣੀ ਫੌਜ ਨੂੰ ਜੋ ਕੁਝ ਕਿਹਾ, ਉਹ ਉਹਨਾਂ ਦੇ ਇੱਕ ਮਹਾਨ ਲੀਡਰ ਹੋਣ ਦਾ ਪ੍ਰਤੱਖ ਪ੍ਰਮਾਣ ਦਿੰਦਾ ਹੈ। ਉਹਨਾਂ ਕਿਹਾ, ਇਹ ਤੋਪ ਵੀ ਜ਼ਰੂਰ ਚੱਲੂਗੀ ਤੇ ਕੰਧ ਵੀ ਜ਼ਰੂਰ ਟੁੱਟੂਗੀ। ਸਿੰਘ ਸੂਰਮਿਓ, ਤੁਸੀਂ ਤੋਪ ਵਿੱਚ ਗੋਲਾ ਬਰੂਦ ਭਰੋ। ਮੈਂ ਇਸ ਟੁੱਟੇ ਹੋਏ ਪਹੀਏ ਦੀ ਥਾਂ ਆਪਣਾ ਮੋਢਾ ਦੇ ਕੇ ਵੀ ਤੋਪ ਚਲਵਾਉਣ ਲਈ ਤਿਆਰ ਹਾਂ। ਤੇ ਜਿਹੜੇ ਸਿੰਘ ਮੇਰੇ ਤੋਂ ਬਾਅਦ ਇਸ ਤੋਪ ਥੱਲੇ ਮੋਢਾ ਦੇਣ ਦਾ ਜਿਗਰਾ ਰੱਖਦੇ ਹਨ, ਆਪਣਾ ਹੱਥ ਖੜਾ ਕਰਨ। ਇੱਥੇ ਤੁਹਾਨੂੰ ਇੱਕ ਗੱਲ ਦੱਸਣਾ ਲਾਜ਼ਮੀ ਹੈ ਕਿ ਜਿਹੜੇ ਸਿੱਖ ਨੇ ਉਸ ਤੋਪ ਥੱਲੇ ਆਪਣਾ ਮੋਢਾ ਦੇਣਾ ਸੀ, ਤੋਪ ਦੇ ਧਮਾਕੇ ਨਾਲ ਉਸ ਦਾ ਸਰੀਰ ਖੇਰੂ ਹੋ ਜਾਣਾ ਸੀ, ਚਿਥੜੇ ਉੱਡ ਜਾਣੇ ਸੀ। ਪਰ ਜਦੋਂ ਉਸ ਮਹਾਨ ਜਰਨੈਲ ਨੇ ਇਹ ਬੋਲ ਮੂੰਹੋਂ ਕੱਢੇ ਤਾਂ ਹਰ ਇੱਕ ਸਿੱਖ ਦੇ ਸੀਨੇ ਵਿੱਚ ਬਲਦੀ ਹੋਈ ਅੱਗ ਹੋਰ ਤੇਜ਼ ਹੋ ਉੱਠੀ। ਲਗਭਗ ਹਰ ਇੱਕ ਸਿੱਖ ਨੇ ਮੋਢਾ ਦੇਣ ਲਈ ਆਪਣਾ ਹੱਥ ਖੜਾ ਕਰ ਦਿੱਤਾ। ਬੋਲੇ ਸੋਨੇਹਾਲ ਦੇ ਜਕਾਰਿਆਂ ਦੀ ਗੂੰਜ ਉਸ ਤੋਪ ਦੇ ਧਮਾਕੇ ਨਾਲੋਂ ਵੀ ਵੱਧ ਉੱਚੀ ਹੋ ਗਈ। ਪਰ ਸਿੰਘਾਂ ਨੇ ਰਲ ਕੇ ਹਰੀ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਸਿੰਘ ਸਾਹਿਬ, ਤੁਸੀਂ ਸਾਡੇ ਆਗੂ ਹੋ, ਸਾਡਾ ਹੌਸਲਾ ਹੋ। ਇੱਕ ਸਿਰ ਤੋਂ ਬਿਨਾਂ ਧੜਕੇ ਇਸ ਕੰਮ ਦਾ। ਤੁਸੀਂ ਤਾਂ ਬਸ ਸਾਨੂੰ ਹੁਕਮ ਦਿਓ, ਹੁਣ ਅਸੀਂ ਜਾਣੀਏ ਤੇ ਇਹ ਤੋਪ ਜਾਣੇ। ਕੰਧ ਤਾਂ ਢਹਿ ਕੇ ਹੀ ਰਹੂਗੀ। ਔਥਰ ਗੁਲਾਮ ਜਲਾਨੀ ਦੱਸਦੇ ਹੈ ਕਿ ਇਸ ਤੋਂ ਬਾਅਦ ਗੋਲਾਬਾਰੀ ਇੱਕ ਵਾਰ ਫੇਰ ਸ਼ੁਰੂ ਹੋ ਗਈ। ਇੱਕ ਇੱਕ ਕਰਕੇ ਸਿੱਖ ਆਉਣ, ਤੋਪ ਥੱਲੇ ਆਪਣਾ ਮੋਢਾ ਦੇਣ ਅਤੇ ਧਮਾਕੇ ਦੇ ਨਾਲ ਖੇਰੂ ਹੋ ਕੇ ਸ਼ਹੀਦ ਹੋ ਜਾਣ। ਮੈਂ ਉੱਥੇ ਖੜਾ ਆਪਣੀਆਂ ਅੱਖਾਂ ਨਾਲ ਇਹ ਸਾਰਾ ਨਜ਼ਾਰਾ ਵੇਖਿਆ। ਉਸ ਜਰਨੈਲ ਦੇ 4 ਬੋਲਾਂ ਨੇ ਮਾਹੌਲ ਵਿੱਚ ਇੱਕ ਅਜੀਬ ਜੀ એનર્ਜੀ ਭਰ ਦਿੱਤੀ ਸੀ। ਉਸ ਸਮੇਂ ਮੇਰਾ ਵੀ ਜੀ ਕੀਤਾ ਕਿ ਮੈਂ ਵੀ ਅੱਗੇ ਵੱਧ ਕੇ ਤੋਪ ਦੇ ਥੱਲੇ ਆਪਣਾ ਮੋਢਾ ਦੇ ਦੇਵਾਂ। ਪਰ ਮੈਂ ਫਿਰ ਸਿਰਫ ਇਹ ਸੋਚ ਕੇ ਰੁਕ ਗਿਆ ਕਿ ਜੇ ਮੈਂ ਵੀ ਇੱਥੇ ਮਾਰਿਆ ਗਿਆ ਤਾਂ ਬਹਾਦਰੀ ਅਤੇ ਸ਼ਹੀਦੀ ਦੀ ਇਸ ਮਹਾਨ ਘਟਨਾ ਦੀ ਗਵਾਹੀ ਦੇਣ ਵਾਲਾ ਇਤਿਹਾਸ ਵਿੱਚ ਕੋਈ ਨਹੀਂ ਬਚੂਗਾ। ਇਹ ਸਿਲਸਿਲਾ ਲਗਾਤਾਰ 1.5 ਘੰਟੇ ਤੱਕ ਚੱਲਦਾ ਰਿਹਾ। ਤੋਪ ਦੇ ਕੋਲ ਸਿੰਘਾਂ ਦੀਆਂ ਲਾਸ਼ਾਂ ਦਾ ਢੇਰ ਲੱਗ ਗਿਆ। ਇਹਨਾਂ ਕੋਸ਼ਿਸ਼ਾਂ ਨਾਲ ਆਖਿਰਕਾਰ ਕਿਲੇ ਦੀ ਕੰਧ ਢਹਿ ਹੀ ਗਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੇਕਰ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।